स्टूडेंट्स नैक्सट आपां ने करना है इंपैक्ट ऑफ चेंज इन डिमांड फॉर फॉरेन एक्सचेंज ऑन द फ्लैक्सीबल रेट ऑफ एक्सचेंज। ठीक है, नैक्सट है साडे कोल चेंज इन फ्लैक्सीबल रेट ऑफ एक्सचेंज कि जेकर कहते कि डिमांड दे विच कोई भी चेंज आता फॉरेन एक्सचेंज की डिमांड भी चेंज आता दैन वह रेट ऑफ एक्सचेंज उत्ते की इफैक्ट पैंदा है। ठीक है, हुण कहते कि जो डिमांड फॉर एक्सचेंज जी डिमांड फॉर मनी आ ਉਹਦੇ ਵਿੱਚ ਵਾਧਾ ਹੁੰਦਾ ਆ ਤਾਂ ਉਹਦੇ ਨਾਲ ਕੀ ਆ ਕਿ ਜਿਹੜੀ ਆ ਲਚਕਦਾਰ ਫਲੈਕਸੀਬਲ ਰੇਟ ਆਫ ਐਕਸਚੇਂਜ ਆ ਉਹ ਵੀ ਵੱਧ ਜਾਏਗੀ। ਜੇਕਰ ਡਿਮਾਂਡ ਫॉर ਮਨੀ ਦੇ ਵਿੱਚ ਕਮੀ ਆਉਂਦੀ ਹੈ ਦੈਨ ਫਲੈਕਸੀਬਲ ਰੇਟ ਆਫ ਐਕਸਚੇਂਜ ਦੇ ਵਿੱਚ ਵੀ ਕਮੀ ਆਏਗੀ। ਆ ਦੇਖੋ ਫਸਟ ਸਾਡੇ ਕੋਲ ਸਪਲਾਈ ਆਫ ਮਨੀ ਆ ਔਰ ਡਿਮਾਂਡ ਫॉर ਮਨੀ ਹੈ। ਠੀਕ ਹੈ, ਈ ਇਜ਼ ਦਾ ਇਕੁਇਲਿਬਰੀਅਮ ਪੁਆਇੰਟ। ਆ ਰੇਟ ਆਫ ਇੰਟਰਸਟ ਜਿਹੜਾ ਸੌਰੀ ਰੇਟ ਆਫ ਐਕਸਚੇਂਜ ਜਿਹੜਾ ਆ ਉਹ ਡਿਟਰਮਿਨ ਕੀਤਾ ਗਿਆ। ਹੁਣ ਅਸੀਂ ਕਹਿੰਦੇ ਕਿ ਡਿਮਾਂਡ ਦੇ ਵਿੱਚ ਵਾਧਾ ਹੋਇਆ, ਡਿਮਾਂਡ ਫॉर ਮਨੀ ਇਨਕਰੀਜ਼ ਕਰ ਗਈ, ਡਿਮਾਂਡ ਫॉर ਮਨੀ ਇਨਕਰੀਜ਼ ਕਰਦੇ ਨਾਲ ਕੀ ਹੋ ਗਿਆ ਡਿਮਾਂਡ ਕਰੋ ਸ਼ਿਫਟ ਕਰ ਗਿਆ। ਹੁਣ ਨਵਾਂ ਇਕੁਇਲਿਬਰੀਅਮ ਕੀ ਆਇਆ ਸਪਲਾਈ ਪਹਿਲਾਂ ਜਿੰਨੀ ਆ। ਠੀਕ ਹੈ, ਨਵਾਂ ਇਕੁਇਲਿਬਰੀਅਮ ਆਇਆ ਸਾਡੇ ਕੋਲ E2 ਦੇ ਉੱਤੇ। E2 ਦੇ ਆਉਣ ਦੇ ਨਾਲ ਨਵੀਂ ਰੇਟ ਆਫ ਐਕਸਚੇਂਜ ਕੀ ਹੋ ਗਈ R। ਠੀਕ ਹੈ, N। ਹੁਣ ਕੀ ਰੇਟ ਆਫ ਐਕਸਚੇਂਜ ਦੇ ਵਿੱਚ ਵਾਧਾ ਹੋਇਆ, ਕਿਉਂ ਵਾਧਾ ਹੋਇਆ ਕਿਉਂਕਿ ਡਿਮਾਂਡ ਫॉर ਮਨੀ ਜਿਹੜੀ ਆ ਵੱਧ ਗਈ ਆ ਤੇ ਸਪਲਾਈ ਆਫ ਮਨੀ ਸੇਮ ਆ। ठीक है, सप्लाई कोई भी चेंज नहीं आया, जस्ट सिर्फ डिमांड फॉर मनी बढ़ गई जिहदे करके रेट ऑफ एक्सचेंज जी बढ़ गई, मतलब कि महंगी हो गई है। जेकर असं कहने कि डिमांड के कमी आई है, डिमांड च कमी आने के डिमांड कर्व नीचे शिफ्ट करेगा। नवा इक्विलिब्रियम पॉइंट की आ गया E1। E1 से नवा इक्विलिब्रियम पॉइंट आ रेट ऑफ एक्सचेंज साडे कोल की आ गई REF। ठीक है, हुण ये की आ नीचे हो गई मतलब घट गई। ठीक है, ਇਹਦਾ मतलब ਕੀ ਹੈ ਕਿ ਜਦੋਂ ਡਿਮਾਂਡ ਫॉर ਮਨੀ ਘਟਦੀ ਆ ਰੇਟ ਆਫ ਐਕਸਚੇਂਜ ਵੀ ਘਟਦੀ ਆ, ਡਿਮਾਂਡ ਫॉर ਮਨੀ ਵੱਧਦੀ ਆ ਰੇਟ ਆਫ ਐਕਸਚੇਂਜ ਦੇ ਵਿੱਚ ਵੀ ਵਾਧਾ ਜਿਹੜਾ ਆ ਉਹ ਹੋ ਜਾਂਦਾ ਆ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਇੰਪੈਕਟ ਆਫ ਚੇਂਜ ਇਨ ਸਪਲਾਈ ਆਫ ਫੋਰਨ ਐਕਸਚੇਂਜ ਆਉਂਦਾ ਫਲੈਕਸੀਬਲ ਰੇਟ ਆਫ ਐਕਸਚੇਂਜ। ਹੁਣ ਕਹਿੰਦਾ ਕਿ ਜੇਕਰ ਸਪਲਾਈ ਦੇ ਵਿੱਚ ਚੇਂਜ ਆਉਂਦਾ ਦੈਨ ਉਹਦਾ ਇਫੈਕਟ ਜਿਹੜਾ ਕੀ ਪਏਗਾ। ਜੇਕਰ ਅਸੀਂ ਕਹਿੰਦੇ ਕਿ ਸਪਲਾਈ ਆਫ ਮਨੀ ਦੇ ਵਿੱਚ ਕਮੀ ਆਉਂਦੀ ਹੈ ਦੈਨ ਰੇਟ ਆਫ ਐਕਸਚੇਂਜ ਜਿਹੜਾ ਆ ਉਹ ਵੱਧ ਜਾਵੇਗਾ। ਜੇਕਰ ਅਸੀਂ ਕਹਿੰਦੇ ਕਿ ਫੋਰਨ ਐਕਸਚੇਂਜ ਜਿਹੜੀ ਮਨੀ ਸਪਲਾਈ ਆ ਉਹਦੇ ਵਿੱਚ ਵਾਧਾ ਹੁੰਦਾ ਆ ਦੈਨ ਜਿਹੜਾ ਫਲੈਕਸੀਬਲ ਰੇਟ ਆਫ ਐਕਸਚੇਂਜ ਆ ਉਹ ਕੀ ਆ ਘਟ ਜਾਂਦਾ ਆ। ਹੁਣ ਦੇਖੋ ਆ ਸਾਡੇ ਕੋਲ ਡਿਮਾਂਡ ਫॉर ਮਨੀ ਆ ਸਪਲਾਈ ਆਫ ਮਨੀ ਆ, ਇਕੁਇਲਿਬਰੀਅਮ ਪੁਆਇੰਟ ਫਸਟ ਕਿੰਨਾ ਆ R ਅਸੀਂ ਕਹਿੰਦੇ। ਠੀਕ ਹੈ, E ਤੇ ਹੁਣ ਕੀ ਆ ਕਿ ਸਪਲਾਈ ਦੇ ਵਿੱਚ ਜੇਕਰ ਕਹਿੰਦੇ ਅਸੀਂ ਵਾਧਾ ਹੋਇਆ, ਜਦੋਂ ਸਪਲਾਈ ਫॉर ਮਨੀ ਵਿੱਚ ਵਾਧਾ ਹੁੰਦਾ ਸਪਲਾਈ ਕਰ ਹਮੇਸ਼ਾ ਨੀਚੇ ਸ਼ਿਫਟ ਕਰਦਾ ਹੈ। ਯਾਦ ਰੱਖਣਾ ਜਿੱਦਾਂ ਆਪਾਂ ਡਿਮਾਂਡ ਤੇ ਸਪਲਾਈ ਦਾ ਕੀਤਾ ਸੀ ਐਜ਼ ਇਟ ਇਜ਼ ਕਿ ਸਪਲਾਈ ਆਫ ਮਨੀ ਵੱਧ ਗਈ ਸਪਲਾਈ ਕਰਵ ਜਿਹੜਾ ਨੀਚੇ ਸ਼ਿਫਟ ਕਰ ਗਿਆ। ਤਾਂ ਨਵਾਂ ਇਕੁਇਲਿਬਰੀਅਮ ਪੁਆਇੰਟ ਕੀ ਆਇਆ E2 ਆ ਗਿਆ। E2 ਆਉਣ ਦੇ ਨਾਲ ਕਿ ਸਾਡੇ ਕੋਲ R2 ਨਵਾਂ ਰੇਟ ਆਫ ਐਕਸਚੇਂਜ ਆ ਗਿਆ। ਹੁਣ ਸਪਲਾਈ ਦੇ ਵਿੱਚ ਵਾਧਾ ਹੋਣਾ, ਸਪਲਾਈ ਆਫ ਮਨੀ 'ਚ ਵਾਧਾ ਹੋਣਾ, ਰੇਟ ਆਫ ਐਕਸਚੇਂਜ ਕੀ ਹੋ ਗਿਆ ਘਟ ਗਿਆ। ਠੀਕ ਹੈ, ਜੇਕਰ ਕਹਿੰਦੇ ਸਪਲਾਈ ਆਫ ਮਨੀ 'ਚ ਕਮੀ ਆਈ ਆ, ਸਪਲਾਈ ਆਫ ਮਨੀ ਵਿੱਚ ਕਮੀ ਆਉਣ ਦੇ ਨਾਲ ਸਪਲਾਈ ਕਰਵ ਜਿਹੜਾ ਅਪਵਰਡ ਸ਼ਿਫਟ ਕਰੇਗਾ। ਠੀਕ ਹੈ, ਕਿਉਂ ਕਿਉਂਕਿ ਜਿਹੜਾ ਸਪਲਾਈ ਦਾ ਆ ਔਰ ਰੇਟ ਆਫ ਐਕਸਚੇਂਜ ਦਾ ਜਿਹੜਾ ਆ ਉਹ ਕੀ ਆ ਪੋਜ਼ੀਟਿਵ ਰਿਲੇਸ਼ਨ ਹੁੰਦਾ ਆ। ਹੁਣ ਅਪਵਰਡ ਸ਼ਿਫਟ ਕਰ ਗਿਆ ਤੇ ਸਪਲਾਈ ਆਫ ਮਨੀ ਜਿਹੜਾ ਕਹਿੰਦੇ ਘਟ ਗਈ ਆ ਤਾਂ ਰੇਟ ਆਫ ਐਕਸਚੇਂਜ ਤੇ ਕੀ ਇਫੈਕਟ ਪਿਆ ਰੇਟ ਆਫ ਐਕਸਚੇਂਜ ਵੱਧ ਗਿਆ। ਦੈਟ ਮੀਨਸ ਕੀ ਆ ਕਿ ਸਪਲਾਈ ਆਫ ਮਨੀ ਦਾ ਔਰ ਰੇਟ ਆਫ ਐਕਸਚੇਂਜ ਦਾ ਜਿਹੜਾ ਉਹ ਕੀ ਆ ਇਨਵਰਸ ਰਿਲੇਸ਼ਨ ਜਿਹੜਾ ਪਾਇਆ ਜਾਂਦਾ, ਮਤਲਬ ਕਿ ਉਹਦੇ ਵਿੱਚ ਜੇਕਰ ਕਮੀ ਹੁੰਦੀ ਆ ਰੇਟ ਆਫ ਐਕਸਚੇਂਜ ਜਿਹੜਾ ਆ ਉਹਦੇ ਵਿੱਚ ਵਾਧਾ ਹੁੰਦਾ, ਜੇਕਰ ਸਪਲਾਈ ਆਫ ਮਨੀ 'ਚ ਵਾਧਾ ਹੁੰਦਾ ਰੇਟ ਆਫ ਐਕਸਚੇਂਜ ਦੇ ਵਿੱਚ ਕਮੀ ਹੁੰਦੀ ਹੈ। ਠੀਕ ਹੈ, ਤਾਂ ਇਹਦਾ ਜਿਹੜਾ ਆ ਕੀ ਆ ਕਹਿੰਦਾ ਕਿ ਦੋਨਾਂ ਵਿੱਚ ਇਹ ਰਿਲੇਸ਼ਨ ਆ ਜਾਣਾ ਐਕਸਚੇਂਜ ਰੇਟ ਦੇ ਵਿੱਚ ਔਰ ਸਪਲਾਈ ਆਫ ਮਨੀ ਦੇ ਵਿੱਚ ਕਿ ਸੇਮ ਜਿਹੜੀ ਇਨਵਰਸ ਜਿਹੜੇ ਆ ਚੇਂਜ ਹੁੰਦੇ ਆ। ਠੀਕ ਹੈ, ਕਿ ਜਿਹੜਾ ਉਲਟਾ ਰਿਲੇਸ਼ਨ ਜਿਹੜੇ ਦੋਨਾਂ ਦੇ ਵਿੱਚ ਪਾਇਆ ਜਾਂਦਾ ਆ।